ਨਹੀਂ ਪਾਇਆ ਸੀ। ਮੈਂ ਹਲੇ ਵੀ ਕੁਰਬਾਨੀ ਆਉਂਦੀ ਹੈ, ਮੈਂ ਬੱਕਰੇ ਨੂੰ ਹੱਥ ਨਹੀਂ ਲਾ ਸਕਦੀ। ਮੈਨੂੰ ਜਾਨਵਰ ਥੋੜਾ ਸਾ ਉਹ ਲੱਗਦਾ ਹੈ ਕਿ ਕਿਤੇ ਮੈਨੂੰ ਨਾ ਟੱਕਰ ਨਾ ਟੁੱਟਣਾ ਮਾਰ ਮਾਰ ਦੇ। ਦੇਣ, ਹਾਂ, ਟੱਕਰ ਨਾ ਮਾਰ ਦੇਣ। ਮੈਨੂੰ ਕਲੇਜੀ ਪਸੰਦ ਹੈ ਨਾ, ਜਿਹੜੀ ਕਲੇਜੀ ਸੁਬਹ ਸੁਬਹ ਸਾਰਿਆਂ ਤੋਂ ਪਹਿਲੇ ਯਾਨੀ ਕਿ ਖਤਮ ਕੀਤੀ ਕੁਰਬਾਨੀ ਤੋਂ ਜਾਂਦੀ ਹੈ, ਪਹਿਲੇ ਜਿਹੜੀ ਸਾਰਿਆਂ ਨਾਲੋਂ ਸਟਾਰਟਿੰਗ ਦੇ ਵਿੱਚ ਉਹ ਚੀਜ਼ ਮੈਨੂੰ ਬਹੁਤ ਹੁੰਦੀ, ਪਸੰਦ ਹੈ। ਉਹ ਉਹ ਮੈਨੂੰ ਵੈਸੇ ਵੀ ਮੇਰੀ ਬੜੀ ਅੰਮੀ ਦੇ ਮਜ਼ਾ। ਹੱਥ ਦੀ ਬਹੁਤ ਬਣੀ ਹੋਈ ਪਸੰਦ ਹੈ। ਅਸਲਾਮ ਅਲੈਕਮ, ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਵੱਡੀ ਈਦ ਦੀਆਂ ਵੱਡੀਆਂ ਤਿਆਰੀਆਂ ਪੂਰੇ ਮੁਲਕ ਦੇ ਵਿੱਚ ਕੀਤੀਆਂ ਜਾਂਦੀਆਂ ਪਈਆਂ ਨੇ, ਜਿੰਦੇ ਵਿੱਚ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਵਾਸਤੇ ਵੱਡੀਆਂ ਵੱਡੀਆਂ ਜਿਹੜੀਆਂ ਤਿਆਰੀਆਂ ਨੇ, ਸੋਹਣੀਆਂ ਸੋਹਣੀਆਂ, ਉਹ ਹੁੰਦੀਆਂ ਪਈਆਂ ਨੇ। ਤੇ ਅਸਿਸਟੈਂਟ ਕਮਿਸ਼ਨਰ ਚੂਨੀਆ ਸਿਦਰਾ ਸਤਾਰ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਨੇ। ਬਹੁਤ ਸ਼ੁਕਰੀਆ ਮੈਮ, ਤੁਸੀਂ ਟਾਈਮ ਦਿੱਤਾ। ਤੇ ਪੂਰੀ ਤਹਿਸੀਲ ਚੂਨੀਆ ਦੇ ਵਿੱਚ ਜਿਹੜੀ 2026 ਦੀ ਈਦ ਹੈ, ਇਹਦੇ ਹਵਾਲੇ ਦੇ ਨਾਲ ਕੀ ਤਿਆਰੀਆਂ ਕੀਤੀਆਂ ਜਾਂਦੀਆਂ ਪਈਆਂ ਨੇ? ਮਵੇਸ਼ੀ ਮੰਡੀਆਂ ਦੇ ਵਿੱਚ ਸਫਾਈ ਸੁਥਰਾਈ, ਇਸ ਤੋਂ ਇਲਾਵਾ ਕੀ ਇੰਤਜ਼ਾਮਾਤ ਨੇ? ਅਸੀਂ ਪੂਰੀ ਚੂਨੀਆ ਤਹਿਸੀਲ ਦੇ ਵਿੱਚ ਅਸੀਂ 3 ਮੰਡੀਆਂ ਲਾਈਆਂ ਹੈ। ਇੱਕ ਕੰਗਨਪੁਰ ਦੇ ਵਿੱਚ, ਇੱਕ ਇਲਾਹਾਬਾਦ ਤੇ ਇੱਕ ਚੂਨੀਆ ਸਿਟੀ ਦੇ ਵਿੱਚ ਅਸੀਂ ਹੀਟ ਵੇਵ ਕੈਂਪ ਲਾਇਆ ਹੈ। ਅਸੀਂ ਜਾਨਵਰਾਂ ਨੂੰ, ਕਿਉਂਕਿ ਗਰਮੀ ਦੀ ਸ਼ਿੱਦਤ ਬਹੁਤ ਜ਼ਿਆਦਾ ਹੈ, ਅਸੀਂ ਜਾਨਵਰਾਂ ਵਾਸਤੇ ਸਾਰੀਆਂ ਉੱਥੇ ਅਦਵੀਆ ਜਿਹੜੀਆਂ ਮੁਹੱਈਆ ਕੀਤੀਆਂ ਹੈ। ਅਸੀਂ ਉੱਥੇ ਇੱਕ ਮੈਡੀਕਲ ਦਾ ਕੈਂਪ ਵੀ ਲਾਇਆ ਹੈ ਕਿ ਅਗਰ ਕਿਸੇ ਮਵੇਸ਼ੀ ਦੇ ਮਾਲਿਕ ਨੂੰ ਅਗਰ ਕੋਈ ਬਿਮਾਰੀ ਹੋ ਜਾਂਦੀ ਹੈ, ਹੀਟ ਸਟ੍ਰੋਕ ਹੋ ਜਾਂਦਾ ਹੈ, ਤੇ ਉਹਨਾਂ ਦੇ ਵਾਸਤੇ ORS ਬੁਖਾਰ ਦੀ ਸਾਰੀ ਦਵਾਈਆਂ ਅਵੇਲੇਬਲ ਹੈ। ਇਸ ਤੋਂ ਇਲਾਵਾ ਅਸੀਂ ਇੱਕ ਸ਼ਿਕਾਇਤ ਡੈਸਕ ਉੱਥੇ ਬਣਾਇਆ ਤਾਂ ਕਿ ਅਗਰ ਕਿਸੇ ਨੂੰ ਕੰਪਲੇਨ ਹੈ ਤੇ ਉਹ ਕਰੇ। ਔਰ ਉੱਥੇ ਜਨਰੇਟਰ ਦੀ ਸਹੂਲਤ ਅਸੀਂ ਦਿੱਤੀ ਹੈ। ਕੈਮਰੇ, CCTV ਕੈਮਰੇ ਅਸੀਂ ਲਾਏ ਹੈ ਤਾਂ ਕਿ ਲੋਕਾਂ ਨੂੰ ਸਿਕਿਉਰਿਟੀ ਦਾ ਤਹਫੁਜ਼ ਹੋ ਸਕੇ। ਇਸ ਤੋਂ ਇਲਾਵਾ ਅਸੀਂ ਪੁਲਿਸ ਦੀ ਜਿਹੜੀ ਨਫਰੀ ਹੈ, ਇੱਕ ਅੱਧਾ ਬੰਦਾ ਹਰ ਕੈਂਪ ਦੇ ਉੱਤੇ ਤਾਇਨਾਤ ਹੋਏਗਾ ਹਰ ਟਾਈਮ ਤੇ। ਕੰਗਨਪੁਰ, ਇਲਾਹਾਬਾਦ ਔਰ ਚੂਨੀਆ ਸਾਰਿਆਂ ਵਿੱਚ ਅਸੀਂ ਇੱਕੋ ਜੈਸੇ ਇੰਤਜ਼ਾਮਾਤ ਕੀਤੇ ਹੈ। ਇਸ ਤੋਂ ਇਲਾਵਾ ਅਸੀਂ ਜੋ ਹੈ ਵਾਸ਼ਰੂਮ ਦਾ ਵੀ ਇੰਤਜ਼ਾਮ ਕੀਤਾ ਹੈ ਕਿ ਜੋ ਹੈ ਪਬਲਿਕ ਜਿਹੜੇ ਆਉਂਦੇ ਹੈ ਇੱਥੇ ਬੱਕਰਾ ਖਰੀਦਣ ਵਾਸਤੇ, ਉਹਨਾਂ ਵਾਸਤੇ ਵਾਸ਼ਰੂਮ ਦੀ ਸਹੂਲੀਅਤ ਵੀ ਇੱਥੇ ਮੁਹੱਈਆ ਹੋਣ। ਪੂਰੇ ਮੁਲਕ ਦੇ ਵਿੱਚ ਕਈ ਦਫਾ ਲੋਕ ਜੇਲੀ ਜਾਨਵਰ, ਬਿਮਾਰ ਜਾਨਵਰ ਲੈ ਕੇ ਆਉਂਦੇ ਨੇ, ਫਰਾਡ ਕਰਦੇ ਨੇ ਸ਼ਹਿਰੀਆਂ ਦੇ ਨਾਲ। ਉਹਦੇ ਹਵਾਲੇ ਦੇ ਨਾਲ ਇਸ ਦਫਾ ਪੰਜਾਬ ਹੁਕੂਮਤ ਨੇ ਕੀ ਇਕਦਾਮਾਤ ਕੀਤੇ? ਅਸੀਂ ਉੱਥੇ ਵੈਟਰਨਰੀ ਡਾਕਟਰ ਜਿਹੜਾ ਵੈਟਰਨਰੀ ਅਸਿਸਟੈਂਟ ਹੈ ਉਹ ਉੱਥੇ ਅਪੁਆਇੰਟ ਕੀਤਾ ਹੈ। ਸਾਰਿਆਂ ਤੋਂ ਪਹਿਲੇ ਜਦੋਂ ਜਾਨਵਰ ਲੈ ਕੇ ਆਉਂਦਾ ਹੈ, ਸੁਬਾਹ ਦੇ ਟਾਈਮ ਉੱਥੇ ਐਂਟੀਟਿਕ ਸਪਰੇ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਅਗਰ ਕੋਈ ਜਰਾਸੀਮ ਨੇ ਤਾਂ ਉਹ ਜਰਾਸੀਮ ਜਿਹੜੇ ਸਪਰੇ ਇੱਕ ਵਾਰੀ ਕਰ ਦਿੰਦੇ ਨੇ ਤਾਂ ਉਹਦਾ ਕਾਫੀ ਜਿਹੜਾ ਤਦਾਰੁਕ ਹੋ ਜਾਂਦਾ ਹੈ, ਤਲਫ ਹੋ ਜਾਂਦੇ ਜਰਾਸੀਮ, ਤਾਂ ਕਿ ਇੱਕ ਤੋਂ ਦੂਸਰੇ ਨੂੰ ਜਰਾਸੀਮ ਨਾ ਲੱਗਣ। ਲੋਕਾਂ ਨੇ ਘਰ ਵੀ ਲੈ ਕੇ ਜਾਣਾ ਤਾਂ ਕਿ ਜਰਾਸੀਮ ਦਾ ਜਿਹੜਾ ਹੈ ਨਾ ਤਦਾਰੁਕ ਉੱਥੇ ਹੀ ਹੋ ਜਾਏ। ਇਸ ਤੋਂ ਇਲਾਵਾ ਜਿਹੜਾ ਕਿ ਅਸੀਂ ਉੱਥੇ ਡਾਕਟਰ ਦੁਬਾਰਾ ਚੈੱਕ ਵੀ ਕਰਦੇ ਹੈ। ਇਸ ਵਕਤ ਜੋ ਸਾਰਿਆਂ ਤੋਂ ਜ਼ਿਆਦਾ ਮਸਲਾ ਆ ਰਿਹਾ ਹੈ ਨਾ, ਉਹ ਹੀਟ ਸਟ੍ਰੋਕ ਦੀ ਵਜ੍ਹਾ ਨਾਲ ਆ ਰਿਹਾ ਹੈ। ਜਾਨਵਰਾਂ ਨੂੰ ਬੁਖਾਰ ਹੋ ਜਾਂਦਾ ਹੈ ਤੇ ਅਸੀਂ ਪੂਰੀ ਦਵਾਈ ਦੇ ਰਹੇ ਹਾਂ, ਤੇ ਅਗਰ ਤੇ ਖੁਦਾ ਨਾ ਖਾਸਤਾ ਕੋਈ ਐਸਾ ਜਾਨਵਰ ਆਇਆ ਜਿਹੜਾ ਬਿਮਾਰ ਹੋਏਗਾ ਤੇ ਉਹ ਉੱਥੇ ਹੀ ਪਤਾ ਚੱਲ ਜਾਏਗਾ, ਕਿਉਂਕਿ ਉਹ ਇਸ ਟੈਂਪਰੇਚਰ ਦੀ ਸ਼ਿੱਦਤ ਨੂੰ ਉਹ ਜਿਹੜਾ ਹੈ ਨਾ ਉਹ ਨਹੀਂ ਕਰ ਸਕੇਗਾ, ਪੂਰੀ ਤਰ੍ਹਾਂ ਉਹਦੇ 'ਚ ਨਹੀਂ ਰਹਿ ਸਕੇਗਾ ਨਾ। ਤੇ ਸੁਣਤੇ ਇਬਰਾਹਿਮੀ ਅਦਾ ਕਰਨ ਤੋਂ ਬਾਅਦ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਠਿਕਾਣੇ ਲਾਉਣ ਵਾਸਤੇ ਕੋਈ ਡੈਕਸ ਸੈੱਲ ਜਿਹੜਾ ਕੋਈ ਬਣਾਇਆ ਗਿਆ? ਇਸ ਤੋਂ ਇਲਾਵਾ ਕੋਈ ਹੈਲਪਲਾਈਨ ਦਿੱਤੀ ਹੋਵੇ ਜਿਹਦੇ ਉੱਤੇ ਕੋਈ ਸ਼ਹਿਰੀ ਜਿਹੜਾ ਰਾਬਤਾ ਕਰਕੇ ਤੇ ਉਹਨੂੰ ਲੈ ਸਕੇ? ਜੀ, ਅਸੀਂ ਉਹਦੇ ਨਾਲ ਜੋ ਹੈ ਹੈਲਪ ਡੈਸਕ ਵਾਸਤੇ ਅਸੀਂ ਸਾਰਿਆਂ ਤੋਂ ਪਹਿਲੇ ਤੇ ਇੱਕ ਕੰਪਲੇਨ ਸੈੱਲ ਬਣਾ ਰਹੇ ਹਾਂ AC ਆਫਿਸ ਦੇ ਵਿੱਚ। ਫਿਰ ਤਿੰਨਾਂ MCs ਦੇ ਵਿੱਚ ਇੱਕ ਕੰਪਲੇਨ ਸੈੱਲ ਬਣੇਗਾ। ਫਿਰ ਉਹ ਕੰਪਲੇਨ ਸੈੱਲ ਕਨੈਕਟ ਹੋਣਗੇ ਜਿਹੜੇ ਸੁਤਰਾ ਪੰਜਾਬ ਅਥਾਰਟੀ ਦੇ ਕੰਪਲੇਨ ਸੈੱਲ ਹੋਣਗੇ, ਉਹਨਾਂ ਦੇ ਆਪਣੇ ਵੱਖਰੇ ਕੰਪਲੇਨ ਸੈੱਲ ਹੋਣਗੇ। ਔਰ ਹਰ ਜਿਹੜਾ UC ਵਾਈਜ਼ ਅਸੀਂ ਇਹਨੂੰ ਪਲਾਨ ਕਰ ਰਹੇ ਹਾਂ, UC ਵਾਈਜ਼ ਸੁਪਰਵਾਈਜ਼ਰ ਦਾ ਇੱਕ ਨੰਬਰ ਮੁਹੱਈਆ ਕੀਤਾ ਜਾਏਗਾ ਯੂਨੀਅਨ ਕੌਂਸਲ ਸੈਕਟਰੀ ਨੂੰ, ਕਿ ਅਗਰ ਕਿਸੇ ਪਿੰਡ ਦੇ ਵਿੱਚ ਵੀ ਅਗਰ ਕੋਈ ਮਸਲਾ ਹੁੰਦਾ ਹੈ ਤਾਂ ਯੂਨੀਅਨ ਕੌਂਸਲ ਦੇ ਸੈਕਟਰੀ ਨੂੰ ਡਾਇਰੈਕਟ ਰਾਬਤਾ ਕਰਕੇ ਤੇ ਫੌਰੀ ਤੌਰ ਤੇ ਲਾਸ਼ਾਂ ਚੁਕਵਾਈਆਂ ਜਾ ਸਕਦੀਆਂ ਨੇ। ਜਿਹੜੇ ਉਹਨਾਂ ਦੀ ਗੰਦਗੀ ਹੁੰਦੀ ਹੈ ਉਹਨਾਂ ਨੂੰ ਸ਼ਾਪਿੰਗ ਬੈਗ ਦੇ ਵਿੱਚ ਪਾ ਕੇ ਰੱਖਣਗੇ ਤੇ ਜਿਹੜੀ ਸਾਡੀ ਟੀਮ ਹੈ ਉਹ ਬਵਰਤ ਨੂੰ ਉੱਥੋਂ ਚੁੱਕ ਲੈਣਗੇ। ਤੇ ਜਿਹੜੀ ਸ਼ਹਿਰ ਦੇ ਵਿੱਚ ਅਸੀਂ ਬੜਾ ਡੈਡੀਕੇਟਿਡ ਬੀਟ ਵਾਈਜ਼ ਇੱਕ ਪ੍ਰੋਗਰਾਮ ਕੀਤਾ ਹੈ ਕਿ ਹਰ ਬੀਟ ਵਾਈਜ਼ ਇੱਕ ਸੁਪਰਵਾਈਜ਼ਰ ਹੈ, ਉਹਨੂੰ ਗਲੀਆਂ ਅਲਾਟ ਕਰ ਦਿੱਤੀਆਂ ਕਿ ਇਹ 10 ਗਲੀਆਂ ਇੱਕ ਸੁਪਰਵਾਈਜ਼ਰ ਦੀ ਗਲੀ ਹੈ ਤੇ ਇਹ 10 ਗਲੀਆਂ ਦਾ ਜ਼ਿੰਮੇਦਾਰ ਉਹ ਸੁਪਰਵਾਈਜ਼ਰ ਹੈ। ਉਹਦੇ ਨਾਲ ਸੈਨੇਟਰੀ ਵਰਕਰ ਲਾ ਦਿੱਤੇ ਹੈ। 10 ਗਲੀਆਂ ਤੇ ਅਸੀਂ 10 ਸੈਨੇਟਰੀ ਸੁਪਰਵਾਈਜ਼ਰ ਲਾਏ ਨੇ। ਇਹ 10 ਗਲੀਆਂ ਤੇ ਇੱਕ ਸੁਪਰਵਾਈਜ਼ਰ ਲਾਇਆ ਤੇ ਨਾਲ ਉਹਨਾਂ ਦੇ ਸੈਨੇਟਰੀ ਵਰਕਰ ਲਾਇਆ।
ਤੇ ਇਸ ਤਾਂ ਤੋਂ ਕਿ ਬੜਾ ਇਲਾਵਾ ਕੁਇਕ ਰਿਸਪੌਂਸ ਹੋਏ, ਤਾਂ ਕਿ ਨਾ ਫੈਲੇ ਤਾਂ ਇਸ ਤੋਂ ਇਲਾਵਾ ਜਿਹੜੀ ਨੌਜਵਾਨ ਨਸਲ ਹੈ ਉਹ ਇੰਤਜ਼ਾਮੀਆ ਵਾਸਤੇ ਕੀ ਅੱਛਾ ਕਿਰਦਾਰ ਅਦਾ ਕਰ ਸਕਦੀ, ਜਿਹਦੇ ਨਾਲ ਇੰਤਜ਼ਾਮੀਆ ਨੂੰ ਵੱਡੀ ਤੇ ਵੱਡਾ ਫਾਇਦਾ ਹੋ ਜਾਵੇ। ਅਸੀਂ ਨਾ ਇੱਕੋ ਹੀ ਰਿਕੁਐਸਟ ਕਰਨੇ ਆ ਜਵਾਨ ਨਸਲਾਂ ਨੂੰ ਨਾ, ਕਿ ਵਕਤ ਦੇ ਗੁਜ਼ਰ ਦੇ ਨਾਲ ਨਾ ਸਾਡੀ ਜਿਹੜੀ ਤਰਬੀਅਤ ਹੈ ਨਾ, ਉਹ ਇੱਕ ਲਿਹਾਜ਼ ਨਾਲ ਸਿਵਿਕ ਐਜੂਕੇਸ਼ਨ ਬਹੁਤ ਹੋਣੀ ਚਾਹੀਦੀ ਹੈ। ਅਗਰ ਅਸੀਂ ਸਿੰਗਾਪੁਰ ਦੀ ਮਿਸਾਲ ਦੇਖੀਏ ਨਾ, ਤਾਂ ਸਿੰਗਾਪੁਰ ਨੇ 30 ਸਾਲ ਲਾਏ ਹੈ ਇੱਕ ਸਾਫ ਸੁਥਰਾ ਮੁਲਕ ਬਣਾਉਣ ਨੂੰ। ਸਾਡੀ ਜੋ ਸੀਐਮ ਹੈ ਮੈਡਮ ਮਰੀਮ ਨੇ ਬੜਾ ਇਨੀਸ਼ੀਏਟਿਵ ਲਿਆ ਸੁਥਰਾ ਪੰਜਾਬ ਅਥਾਰਟੀ ਨੂੰ। ਸਾਡੀ ਜਿਹੜੇ ਸੈਨੇਟਰੀ ਵਰਕਰ, ਸੁਥਰਾ ਪੰਜਾਬ ਦੇ ਲੋਕੀ ਪੂਰਾ ਦਿਨ ਕੂੜਾ ਚੁੱਕਦੇ ਨੇ, ਠੀਕ ਹੈ, ਲੇਕਿਨ ਜਵਾਨਾਂ ਦਾ ਇਹਦੇ ਚ ਕਿਰਦਾਰ ਹੈ ਕਿ ਉਹ ਆਪ ਵੀ ਇਹਦੇ ਤੇ ਅਮਲ ਕਰਨ ਤੇ ਦੂਸਰਿਆਂ ਨੂੰ ਵੀ ਦੱਸਣ ਕਿ ਕੂੜਾ ਸੜਕ ਤੇ ਨਹੀਂ ਸੁੱਟਣਾ। ਕਿਉਂਕਿ ਮੈਂ ਦੇਖ ਰਹੀ ਹਾਂ ਕਿ ਹੁੰਦਾ ਕੀ ਹੈ ਕਿ ਕੰਟੇਨਰ ਖਾਲੀ ਪਿਆ, ਕੂੜਾ ਬਾਹਰ ਪਿਆ। ਮੈਂ ਕੂੜੇ ਵਾਲੇ ਨੂੰ, ਮੈਂ ਦੁਕਾਨਦਾਰ ਨੂੰ ਬੁਲਾ ਕੇ ਕਹਿ ਰਹੀ ਹਾਂ ਕਿ ਤੁਸੀਂ ਕੂੜਾ ਨਾ ਸੁੱਟੋ, ਤੇ ਉੱਥੇ ਇੱਕ ਬੰਦਾ ਗੰਡੇਰੀਆਂ ਖਾ ਕੇ ਤੇ ਉੱਥੇ ਥੁੱਕ ਰਿਹਾ। ਤੇ ਇਹੋ ਜਿਹੀ ਬੜੀ ਜਿਹੜੀ ਬੁਰੀ ਤਰਬੀਅਤ ਗੱਲ ਹੈ ਹੈ। ਨਾ, ਬੜੀ ਬੁਰੀ ਗੱਲ ਹੈ। ਔਰ ਆਪਣੇ ਆਪ ਨੂੰ ਵੀ ਬੁਰਾ ਲੱਗਦਾ ਜਦੋਂ ਮੈਂ ਖੜੀ ਹੋ ਕੇ, ਹਲੇ ਮੈਂ ਹਸਪਤਾਲ ਦੇ ਬਾਹਰ, ਕੱਲ ਦੀ ਗੱਲ ਏ, ਕਿ ਮੈਂ ਉਹਨੂੰ ਦੁਕਾਨਦਾਰ ਨੂੰ ਕਹਿ ਰਹੀ ਸੀ ਕਿ ਤੁਹਾਡੀ ਦੁਕਾਨ ਦੇ ਬਾਹਰ ਕੂੜਾ ਪਿਆ ਹੋਇਆ, ਤੇ ਉੱਥੇ ਨਾਲ ਗੰਡੇਰੀਆਂ ਵਾਲਾ ਖਾ ਕੇ ਗੰਡੇਰੀ ਸੁੱਟ ਰਿਹਾ ਸੀ। ਤੇ ਮੈਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਮੈਂ ਦੇਖਦੀ ਹਾਂ ਕਿ ਇਸ ਦੁਕਾਨਦਾਰਾਂ ਨੂੰ ਮੈਂ ਕੰਟਰੋਲ ਕਰ ਰਹੀ ਹਾਂ, ਲੇਕਿਨ ਬੰਦਾ ਗੰਡੇਰੀਆਂ ਖਾ ਕੇ ਤੇ ਨਸ ਪਹਿਲੀ ਛੋਟਾ ਦਫਾ ਜਿਹਾ ਹੋਇਆ ਰਿਕੁਐਸਟ ਕਿ ਹੈ। ਅਸਿਸਟੈਂਟ ਕਮਿਸ਼ਨਰ ਦੇ ਨਾਲ ਬੱਚੇ ਏਡੇ ਖੁਸ਼ ਨਜ਼ਰ ਆਦੇ ਪਏ ਨੇ, ਫੋਟੋ ਬਣਵਾਦੇ ਪਏ ਨੇ ਜਦੋਂ ਤੁਸੀਂ ਆਏ ਜੀ ਇਲਾਹਾਬਾਦ, ਤੇ ਬੱਚੇ ਇੰਨੀ ਖੁਸ਼ੀ ਦੇ ਨਾਲ ਮੰਡੀ ਦੇ ਵਿੱਚ ਫਿਰਦੇ ਪੈਸੇ। ਨਹੀਂ ਤਾਂ ਹਰ ਦਫਾ ਹੁੰਦਾ ਬੱਚੇ ਇੱਥੇ ਕੀ ਲੈਣ ਆਏ, ਬੱਚਿਆਂ ਨੂੰ ਬਾਹਰ ਕੱਢੋ, ਬੱਚਿਆਂ ਨੂੰ ਬਾਹਰ ਕੱਢੋ। ਇਸ ਤੋਂ ਇਲਾਵਾ ਤੁਹਾਡੀ ਜ਼ਾਤੀ ਲਾਈਫ ਦੇ ਵੱਲੇ ਆਣੇ ਆ, ਈਦ ਦੇ ਉੱਤੇ ਤੁਹਾਡੀ ਸਭ ਤੋਂ ਜ਼ਿਆਦਾ ਪਸੰਦ ਦੀ ਜਿਹੜੀ ਡਿਸ਼ ਹੈ ਉਹ ਕਿਹੜੀ ਹੈ, ਜਿਹਨੂੰ ਤੁਸੀਂ ਜ਼ਿਆਦਾ ਲਾਈਕ ਕਰਦੇ ਹੋ? ਮੈਨੂੰ ਕਲੇਜੀ ਪਸੰਦ ਹੈ ਨਾ, ਜਿਹੜੀ ਕਲੇਜੀ ਸੁਬਹ ਸੁਬਹ ਸਾਰਿਆਂ ਤੋਂ ਪਹਿਲੇ ਯਾਨੀ ਕਿ ਕਦਮ ਦਿੱਤੀ ਕੁਰਬਾਨੀ ਤੋਂ ਜਾਂਦੀ ਹੈ, ਪਹਿਲੇ ਜਿਹੜੀ ਸਾਰਿਆਂ ਨਾਲੋਂ ਸਟਾਰਟਿੰਗ ਦੇ ਵਿੱਚ ਉਹ ਚੀਜ਼ ਮੈਨੂੰ ਬਹੁਤ ਹੁੰਦੀ, ਪਸੰਦ ਹੈ। ਉਹ ਔਰ ਮੈਨੂੰ ਵੈਸੇ ਵੀ ਮੇਰੀ ਬੜੀ ਅੰਮੀ ਦੇ ਮਜ਼ਾ। ਹੱਥ ਦੀ ਬਹੁਤ ਬਣੀ ਹੋਈ ਪਸੰਦ ਹੈ। ਅੱਛਾ, ਇਸ ਤੋਂ ਇਲਾਵਾ ਬਚਪਨ ਦੀ ਕੋਈ ਕੁਰਬਾਨੀ ਦੀ ਐਸੀ ਚੀਜ਼ ਜਿਹੜੀ ਤੁਹਾਨੂੰ ਯਾਦ ਹੋਵੇ, ਜਿਹਨੂੰ ਤੁਸੀਂ ਯਾਦ ਕਰਕੇ ਉਸ ਲਮਹੇ ਨੂੰ ਖੁਸ਼ ਹੁੰਦੇ ਹੋ? ਯਾਦ ਯਾਦਾਂ ਤੇ ਬਹੁਤ ਸਾਰੀਆਂ ਨੇ। ਔਰ ਸਾਰਿਆਂ ਤੋਂ ਪਹਿਲੀ ਹੈ, ਜਦੋਂ ਸਾਰਿਆਂ ਤੋਂ ਪਹਿਲੇ ਅਸੀਂ ਬੱਕਰਾ ਲਿਆ ਸੀ, ਜਦੋਂ ਮੈਨੂੰ ਜੋ ਸੀ ਹੋਸ਼ ਸੀ, ਉਹ ਸੰਭਾਲੀ ਸੀ, ਤੇ ਬੜੀ ਖੁਸ਼ੀ ਸੀ, ਬੜੀ ਐਕਸਾਈਟਮੈਂਟ ਸੀ। ਲੇਕਿਨ ਮੈਨੂੰ ਬੱਕਰੇ ਤੋਂ ਡਰ ਬੜਾ ਲੱਗਦਾ ਸੀ। ਮੈਂ ਬੱਕਰੇ ਨੂੰ ਹੱਥ ਨਹੀਂ ਸੀ ਲਾਉਂਦੀ, ਨਾ ਮੈਂ ਕਦੀ ਉਹਨੂੰ ਚਾਰਾ ਪਾਇਆ ਸੀ, ਨਾ ਮੈਂ ਉਹਨੂੰ ਕਦੀ ਪਾਣੀ ਪਾਇਆ ਸੀ। ਮੈਂ ਹਲੇ ਵੀ ਕੁਰਬਾਨੀ ਆਉਂਦੀ ਹੈ, ਮੈਂ ਬੱਕਰੇ ਨੂੰ ਹੱਥ ਨਹੀਂ ਲਾ ਸਕਦੀ। ਮੈਨੂੰ ਜਾਨਵਰਾਂ ਤੋਂ ਥੋੜਾ ਸਾ ਉਹ ਲੱਗਦਾ ਹੈ ਕਿ ਕਿਤੇ ਮੈਨੂੰ ਨਾ ਟੁੱਡ ਟੱਕਰ ਨਾ ਨਾ ਮਾਰ ਮਾਰ ਦੇ। ਦੇਣ, ਹਾਂ, ਟੱਕਰ ਨਾ ਮਾਰ ਦੇਣ। ਇਹ ਹੈ ਕਿ ਹਲੇ ਤੱਕ ਮੈਂ ਅੱਜ ਤੱਕ ਜਾਨਵਰਾਂ ਨੂੰ ਹੱਥ ਨਹੀਂ ਲਾ ਸਕੀ। ਲੇਕਿਨ ਅੱਜ ਇੱਕ ਮਜ਼ੇ ਦੀ ਗੱਲ ਹੈ ਕਿ ਤੁਸੀਂ ਉਸੇ ਪੋਸਟ ਦੇ ਉੱਤੇ ਬੈਠ ਕੇ ਪੂਰੀ ਤਹਿਸੀਲ ਨੂੰ ਡੀਲ ਕਰਦੇ ਪਏ ਜੇ, ਮੰਡੀਆਂ ਦੇ ਵਿੱਚ ਜਾਂਦੇ ਪਏ ਜੇ, ਵਿਜ਼ਿਟ ਤੇ ਵਿਜ਼ਿਟ ਕਰਦੇ ਪਏ ਜੇ, ਤੇ ਕਿਸ ਤਰ੍ਹਾਂ ਦਾ ਫੀਲ ਕਰਦੇ ਪਏ ਜੇ? ਕਦੀ ਤੁਸੀਂ ਸੋਚਿਆ ਸੀ ਕਿ ਫੀਲਡ ਦੇ ਮੁਤਲਕ ਤੁਸੀਂ ਇਸ ਪੋਜੀਸ਼ਨ ਤੇ ਆ ਕੇ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਤੁਸੀਂ ਬਸ ਵਰਕ ਅੱਲਾਹ ਕਰ? ਤਾਲਾ ਨੇ ਨਵਾਜ਼ਿਆ ਹੈ, ਜਿਹੜੀ ਜ਼ਿੰਮੇਦਾਰੀ ਅੱਲਾਹ ਤਾਲਾ ਨੇ ਦਿੱਤੀ ਹੈ, ਔਰ ਪੂਰੇ ਐਸਨ ਤਰੀਕੇ ਨਾਲ ਨਿਭਾਉਣ ਦੀ ਅੱਲਾਹ ਤਾਲਾ ਸਲਾਹੀਅਤ ਦੇ। ਔਰ ਬਾਕੀ ਮਿਹਨਤ ਹੁੰਦੀ ਹੈ, ਇੱਕ ख्वाब ਹੁੰਦਾ ਹੈ, ਔਰ ਮਾਂ-ਬਾਪ ਦੀ ਮਿਹਨਤ ਬਹੁਤ ਜ਼ਿਆਦਾ ਜਿਹੜੀ ਹੈ ਨਾ ਤੁਹਾਡਾ ਸਾਥ ਦਿੰਦੀ ਹੈ, ਦੁਆਵਾਂ ਸਾਥ ਦਿੰਦੀਆਂ ਨੇ। ਤੇ ਅੱਜ ਅਗਰ ਮੈਂ ਇਸ ਸੀਟ ਤੇ ਹਾਂ, ਤੇ ਮੇਰੀ ਜੋ ਖਾਸ ਕਰਕੇ ਮੇਰੇ ਜੋ ਅੱਬੂ ਔਰ ਅੰਮੀ की दुआएं है ना, वो जो है ना बड़ियां काम आईਆਂ ਨੇ। ਮੈਡਮ ਆਪਦੀ ਪੂਰੀ ਟੀਮ ਦੇ ਨਾਲ ਤਿੰਨ ਤਿੰਨ ਸ਼ਿਫਟਾਂ ਦੇ ਵਿੱਚ ਜਾ ਕੇ ਮੰਡੀਆਂ ਦਾ ਵਿਜ਼ਿਟ ਕਰਦੀ ਪਈ, ਇੰਨੀ ਗਰਮੀ ਦੇ ਬਾਵਜੂਦ ਇਹ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ, ਇਹਨਾਂ ਦੇ ਉੱਤੇ ਸ਼ਹਿਰੀਆਂ ਨੂੰ ਵੀ ਚਾਹੀਦਾ ਹੈ ਕਿ ਕੁਝ ਖਿਆਲ ਕੀਤਾ ਜਾਵੇ, ਤਾਂ ਕਿ ਜਿਹੜਾ ਸ਼ਹਿਰ ਹੈ ਉਹ ਸੋਹਣਾ ਬਣ ਜਾਵੇ। ਤੇ ਨਾਲ ਨਾਲ ਜਿਹੜੀਆਂ ਵਾਲਦੈਨ ਦੀਆਂ ਦੁਆਵਾਂ ਹੁੰਦੀਆਂ ਨੇ ਬੜੀਆਂ ਜ਼ਰੂਰੀ ਹੁੰਦੀਆਂ ਨੇ, ਵਾਲਦੈਨ ਦੀਆਂ ਦੁਆਵਾਂ ਦੇ ਨਾਲ ਹੀ ਤੁਸੀਂ ਕਿਸੇ ਉੱਚੇ ਮਕਾਮ ਤੇ ਪਹੁੰਚਦੇ ਜੇ। ਇਸ ਵਾਸਤੇ ਹਮੇਸ਼ਾ ਤੋਂ ਵਾਲਦੈਨ ਦੀ ਇੱਜ਼ਤ ਕਰੋ। ਜਿਹੜਾ ਵਾਲਦੈਨ ਹੁੰਦਾ ਹੈ ਉਹ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੀ ਨਹੀਂ ਆਉਂਦਾ। ਤੇ ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ, ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ, ਉਦੋਂ ਤੱਕ ਅੱਲਾ ਨਿਗਹਿਬਾਨ।